ਇੱਕ ਆਦੀਵਾਸੀ ਕਬੀਲਾ ਹੈਗਾ, ਉਹਦਾ ਨਾਮ ਹੈ ਪਿਗਮਾ। ਉਹਨਾਂ ਦੇ ਵਿੱਚ ਕੀ ਹੈ ਕਿ ਉਹ ਕਦੀ ਰਿਫਾਈਨਡ ਸ਼ੂਗਰਸ ਨਹੀਂ ਖਾਂਦੇ। ਸ਼ੂਗਰਸ ਮੀਨ ਗੁੜ, ਚੀਨੀ, ਸ਼ੱਕਰ। ਫੈਟਸ ਨਹੀਂ ਖਾਂਦੇ। ਦੇ ਟੇਕ ਰॉ ਵੈਜੀਟੇਬਲਸ ਐਂਡ ਰॉ ਮੀਟ। ਦੇ ਵਰਕ ਮੈਨੂਅਲੀ, ਸਾਰਾ ਕੰਮ ਉਹਨਾਂ ਹੱਥਾਂ ਨਾਲ ਕਰਨਾ। ਐਂਡ ਉਹਨਾਂ 'ਚ ਵਰਚੁਅਲੀ ਬ੍ਰੇਨ ਅਟੈਕਸ ਇਜ਼ ਅਨਨੋਨ। ਬ੍ਰੇਨ ਅਟੈਕਸ ਉਹਨਾਂ ਦੇ ਨਹੀਂ ਹੁੰਦੇ। ਐਂਡ ਇਹ ਨਾਮ ਮਾਤਰ ਹੀ ਹੈ ਹੀ ਨਹੀਂ ਉਹਨਾਂ ਦੇ ਵਿੱਚ। ਬ੍ਰੇਨ ਅਟੈਕਸ ਉਹਨਾਂ ਹੈ ਹੀ ਨਹੀਂ। ਜਿਵੇਂ ਬਲੱਡ ਕੋਲੈਸਟਰੋਲ ਦੇਖੀਏ ਉਹਨਾਂ ਦੇ, the blood cholesterol levels are very low and they are very healthy people. Mean it again applies कि ये सारी modern lifestyle की बीमारियां, बैठे रहना, चेयर बाउंड रहना, सारा दिन चेयर पे बैठे काम करना, बैठे बैठे खाते रहना, फिजिकल एक्टिविटी नहीं करनी, आउटडोर गेम्स नहीं खेलनियाँ, then smoking, then alcohol, obesity, भार ਵੱਧ जाना। ਇਹ ਤਕਲੀਫਾਂ ਇੱਦਾਂ ਦੀਆਂ ਜਿਨ੍ਹਾਂ ਨਾਲ ਇਹ ਬ੍ਰੇਨ ਅਟੈਕ ਦੇ ਚਾਂਸ ਬਹੁਤ ਵੱਧ ਜਾਂਦੇ ਆ। ਜੇਕਰ ਅਸੀਂ ਇਹਨਾਂ ਤਕਲੀਫਾਂ ਨੂੰ ਟੈਕਲ ਕਰਦੇ ਹਾਂ ਤਾਂ ਬ੍ਰੇਨ ਅਟੈਕ ਦੇ ਚਾਂਸ ਵਰਚੁਅਲੀ ਬਹੁਤ ਘੱਟ ਜਾਂਦੇ। ਜਿੱਦਾਂ ਤੁਸੀਂ ਕਹਿਣਾ ਅਲਕੋਹਲ ਤੇ ਡਰੱਗਸ, ਅੱਜ ਕੱਲ੍ਹ ਤੁਹਾਨੂੰ ਪਤਾ ਕਿ ਸਭ ਤੋਂ ਜ਼ਿਆਦਾ ਇਹਦੀ ਕੰਜ਼ੰਪਸ਼ਨ ਹੁੰਦੀ ਹੈ ਯੰਗਸਟਰਸ। ਉਹਦੇ ਬਾਰੇ ਕੁਝ ਕਹੋਗੇ ਕਿ ਉਹ ਤੋਂ ਥੋੜ੍ਹਾ ਬਚਾਅ ਰੱਖਿਆ ਜਾਵੇ ਕਿ ਹਰ ਇੱਕ ਪ੍ਰੋਬਲਮ ਉਹਦੇ ਤੋਂ ਪਹਿਲਾਂ ਹੁੰਦੀ ਹੈ? ਸਮੋਕਿੰਗ, ਐਲਕੋਹਲ, ਦੇ ਆਰ ਵੈਰੀ ਹਾਰਮਫੁਲ। ਇਹ ਤਾਂ ਗਵਰਨਮੈਂਟ ਦੀ ਡਿਊਟੀ ਹੈ ਕਿ ਉਹ ਸਮੋਕਿੰਗ, ਐਲਕੋਹਲ ਨੂੰ ਬੰਦ ਕਰੇ। ਮੀਨ ਯੂ ਆਰ ਐਡਵਰਟਾਈਜ਼ਿੰਗ ਔਨ TV that smoking is injurious to health, it causes cancer, brain attack, heart attack, but government ਬੰਦ ਕਿਉਂ ਨਹੀਂ ਕਰਦੀ, ਬੈਨ ਕਿਉਂ ਨਹੀਂ ਕਰਦੀ? ਜੇ ਤੁਹਾਨੂੰ ਪਤਾ ਕਿ ਬਿਮਾਰੀਆਂ ਕਰਦੀਆਂ ਤੇ ਜਿਹਨੂੰ ਬੈਨ ਕਰੋ। ਐਂਡ ਇਹ ਅਵੇਅਰਨੈਸ ਹਰ ਇੱਕ ਬੰਦੇ ਨੂੰ ਹੋਣੀ ਚਾਹੀਦੀ ਹੈ ਕਿ ਵੀ ਇਹ ਬਿਮਾਰੀਆਂ ਨੇ ਇਹ ਤਕਲੀਫਾਂ ਹੋ ਸਕਦੀਆਂ। these things they are not normal, so they should be banned, they should not be used. ਹਾਂਜੀ। ਤੇ ਚਲੋ ਇਹ ਗੱਲ ਸੀਗੀ ਉਹ ਅੱਡ ਹੋ ਗਈ ਕਿ ਪੈਰਾਲਾਈਸਿਸ ਤੋਂ। ਪੈਰਾਲਾਈਸਿਸ ਦਾ ਜਦੋਂ ਅਟੈਕ ਹੁੰਦਾ ਹੈ ਕਿ ਜਦੋਂ ਉਹ ਗੱਲ ਹੁੰਦੀ ਹੈ ਉਸ ਟਾਈਮ ਕੋਈ ਪ੍ਰੀਕਾਸ਼ਨਸ ਲਈਆਂ ਜਾਣ, ਜਦੋਂ ਕਿ ਪਤਾ ਕਿ ਹਾਂਜੀ ਘਰ ਆ ਅਸੀਂ ਪੈਰਾਲਾਈਸਿਸ ਅਟੈਕ ਹੋਇਆ ਕਿਸੇ ਨੂੰ, ਤਾਂ ਉਹਨੂੰ ਉਦੋਂ ਕਿੱਦਾਂ ਬਚਾਇਆ ਜਾਵੇ? ਕਿ ਹਾਂਜੀ, ਬਿਲਕੁਲ ਠੀਕ ਹੈ। ਇਟਸ ਵੈਰੀ ਵੈਲਿਡ ਕੁਐਸਚਨ। ਜਦੋਂ ਕਿਸੇ ਪੇਸ਼ੈਂਟ ਨੂੰ ਪੈਰਾਲਾਈਸਿਸ ਦਾ ਅਟੈਕ ਹੁੰਦਾ, ਇੱਕ ਡਰੱਗ ਹੈਗੀ ਹੈ, ਇੱਕ ਇੰਜੈਕਸ਼ਨ ਹੈ। ਜੇਕਰ ਪੇਸ਼ੈਂਟ ਨੂੰ 4.5 ਆਵਰਸ, 4.5 ਘੰਟਿਆਂ ਦੇ ਵਿੱਚ ਲਗਾਇਆ ਜਾਵੇ, ਪੇਸ਼ੈਂਟ ਦੀ ਅਰਲੀ, ਸਪੀਡੀ ਐਂਡ ਸਮਟਾਈਮਸ ਕੰਪਲੀਟ ਰਿਕਵਰੀ ਹੋ ਜਾਂਦੀ ਹੈ। ਉਹ ਸਿਲੈਕਟਡ ਪੇਸ਼ੈਂਟਸ 'ਚ ਲੱਗ ਸਕਦਾ। ਇਸ ਕਰਕੇ ਮੇਰਾ ਇਹ ਸਾਰੇ ਜੋ ਵੀ ਦੇਖ ਰਹੇ ਲੋਕ ਸਾਡੇ TV ਨੂੰ, ਉਹਨਾਂ ਅੱਗੇ ਆ ਬੜਾ ਇੰਪੋਰਟੈਂਟ ਤੇ ਬੜਾ ਸੋਲਿਡ ਇੱਕ ਰਿਕੁਐਸਟ ਹੈ ਕਿ ਤੁਸੀਂ ਪਲੀਜ਼ ਜਦੋਂ ਵੀ ਕੋਈ ਪੇਸ਼ੈਂਟ ਨੂੰ ਪੈਰਾਲਿਸਿਸ ਦਾ ਅਟੈਕ ਹੁੰਦਾ, ਰਸ਼ ਟੂ ਦਾ ਨੀਅਰੈਸਟ ਨਿਊਰੋਲੋਜਿਸਟ। ਤੁਸੀਂ ਨਿਊਰੋਲੋਜਿਸਟ ਨੂੰ ਮਿਲੋ, ਨੀਅਰੈਸਟ ਜਿਹੜਾ ਵੀ ਹੈਗਾ, ਉੱਥੋਂ ਦੀ ਆਪਣਾ ਡਾਇਗਨੋਸਿਸ ਕਰਵਾਓ ਕਿ ਇਸ ਪੇਸ਼ੈਂਟ ਨੂੰ ਉਹ ਇੰਜੈਕਸ਼ਨ ਦੀ ਲੋੜ ਹੈਗੀ ਹੈ। ਜੇਕਰ ਇੰਜੈਕਸ਼ਨ ਦੀ ਲੋੜ ਹੈਗੀ ਹੈ ਤਾਂ ਪੇਸ਼ੈਂਟ ਨੂੰ ਲੌਂਗ ਟਰਮ ਕ੍ਰਿਪਲਿੰਗ, ਜਿਹੜੀ ਲੌਂਗ ਟਰਮ ਪੈਰਾਲਿਸਿਸ ਹੈ, ਉਹ ਤੋਂ ਬਚਾਅ ਹੋ ਸਕਦਾ। ਐਂਡ ਇਹ ਟੀਕੇ ਦੀ ਵਿੰਡੋ ਪੀਰੀਅਡ ਮਾਈਂਡਡ ਇਟਸ ਵੈਰੀ ਸਮਾਲ। ਮੀਨ 4.5 ਘੰਟੇ ਦੇ ਵਿੱਚ ਜੇ ਪੇਸ਼ੈਂਟ ਲੱਗ ਸਕਦਾ ਹੈ ਤਾਂ ਹੀ ਲੱਗੇਗਾ। ਉਸ ਤੋਂ ਬਾਅਦ ਜੇ ਪੇਸ਼ੈਂਟ ਆਏਗਾ ਤਾਂ ਉਹ ਇੰਜੈਕਸ਼ਨ ਦਾ ਕੋਈ ਫਾਇਦਾ ਨਹੀਂ। ਇਸ ਕਰਕੇ ਜਦੋਂ ਵੀ ਪੈਰਾਲਿਸਿਸ ਹੋਵੇ 4.5 ਘੰਟੇ ਦੇ ਵਿੱਚ ਆਪਣੇ ਨਿਊਰੋਲੋਜਿਸਟ ਨੂੰ ਮਿਲਣਾ, ਡਾਇਗਨੋਸ ਕਰਾ ਕੇ ਇਫ ਇੰਡੀਕੇਟਡ ਤਾਂ ਇੰਜੈਕਸ਼ਨ ਜ਼ਰੂਰ ਲਗਵਾਉਣਾ। ਇਹ ਨਹੀਂ ਹੈ ਕਿ ਹਰ ਇੱਕ ਬੰਦਾ ਅਫੋਰਡਿੰਗ ਨਹੀਂ ਹੁੰਦਾ, ਹਰ ਇੱਕ ਪਰਸਨ ਇੰਜੈਕਸ਼ਨ ਨਹੀਂ ਲਗਵਾ ਸਕਦਾ, ਕਾਸਟਲੀ ਇੰਜੈਕਸ਼ਨ ਹੈ। ਲੇਕਿਨ ਇਫ ਪੇਸ਼ੈਂਟ ਇਜ਼ ਅਫੋਰਡਿੰਗ ਦੈਨ ਦਿਸ ਇੰਜੈਕਸ਼ਨ ਇਜ਼ ਐਡਵੋਕੇਟਡ। ਠੀਕ ਹੈ ਜੀ। ਤੇ ਇੱਕ ਆਪਾਂ ਸੋਚਦੇ ਹਾਂ ਟ੍ਰੀਟਮੈਂਟ ਬਾਰੇ, ਪਰ ਟ੍ਰੀਟਮੈਂਟ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਦੋਂ ਪੈਰਾਲਾਈਜ਼ ਅਟੈਕ ਹੋਇਆ ਉਸ ਟਾਈਮ ਬੰਦੇ ਨੇ ਇੰਜੈਕਸ਼ਨ ਨਹੀਂ ਵੀ ਲਗਾਇਆ ਤਾਂ ਉਦੋਂ ਉਸ ਟਾਈਮ ਬੰਦੇ ਨੂੰ ਪਤਾ ਕਿੱਦਾਂ ਲੱਗੂਗੀ ਇਹ ਪੈਰਾਲਾਈਜ਼ ਅਟੈਕ ਸੀਗਾ? ਪੈਰਾਲਾਈਜ਼ ਅਟੈਕ ਦੇ 3 ਮੇਨ ਸਾਈਨਸ ਹੁੰਦੇ। ਹਾਂਜੀ। ਪਹਿਲਾ, ਪੇਸ਼ੈਂਟ ਦੇ ਦੋਨੋਂ ਹੱਥ ਉੱਪਰ ਚੁਕਾ ਕੇ ਦੇਖੋ, ਦੋਨੋਂ ਹੱਥ ਸਿਮੈਟ੍ਰਿਕਲ ਹੈ ਕਿ ਇੱਕ ਹੱਥ ਨੀਚੇ ਗਿਰ ਰਿਹਾ ਹੈ, ਮੀਨਸ ਇੱਕ ਸਾਈਡ ਦੀ ਵੀਕਨੈਸ ਹੈ। ਪੇਸ਼ੈਂਟ ਨੂੰ ਬੋਲਣ 'ਚ ਦਿੱਕਤ ਆ ਰਹੀ ਹੈ, ਨਾਮ ਲੈਣ 'ਚ ਦਿੱਕਤ ਆ ਰਹੀ ਹੈ, ਇਹ ਵੀ ਇੱਕ ਸਾਈਨ ਹੈ। ਆਸਕ ਦ ਪੇਸ਼ੈਂਟ ਟੂ ਪ੍ਰੋਟਰੂਡ ਟੰਗ, जी बाहर निकाल के दिखाओ एंड दम दिखाओ। ये फेशियल एसिमेट्री है। सी माय फेस इज सिमेट्रिकल, राइट लेफ्ट दा बराबरी है। जेकर बराबरी नहीं हैगी दैन इट शोज कि इट में बी पैरालिसिस। ये 3 इंपॉर्टेंट साइंस है। स्पीच, दोनों हाथ खड़े करा के देखो, कोई हाथ नीचे तो नहीं गिर रहा है। एंड फेशियल सिमेट्री, मुंह दी दोनों पासे दी बराबरी है, राइट लेफ्ट दी। जेकर कुछ भी है दैन वन कैन डिटेक्ट स्ट्रोक अर्ली। ओके जी, ठीक है। तो गल करते हैं इलाज दी। ਉਸ ਤੋਂ ਬਾਅਦ ਤੁਸੀਂ ਮੈਨੂੰ ਪਹਿਲਾਂ ਇੱਕ ਗੱਲ ਇਹ ਦੱਸੋ ਕਿ ਇਹਦਾ ਕੋਈ ਇਲਾਜ ਹੈ ਕਿ ਇੱਦਾਂ ਦਾ ਕਿ ਹਾਂਜੀ ਬੰਦਾ ਬਿਲਕੁਲ ਠੀਕ ਹੋ ਜਾਂਦਾ ਹੈ? ਸਟ੍ਰੋਕ ਦਾ ਇਲਾਜ ਜਿਹੜਾ ਹੈ 2 ਤਰ੍ਹਾਂ ਦਾ ਇਲਾਜ ਹੈ। ਵਨ ਇਜ਼ ਸੈਕੰਡਰੀ ਪ੍ਰੀਵੈਂਸ਼ਨ, 2 ਇਜ਼ ਪ੍ਰਾਇਮਰੀ ਪ੍ਰੀਵੈਂਸ਼ਨ। ਤੇ ਗੱਲ ਕਰਦੇ ਹਾਂ ਆਪਾਂ ਐਪੀਲੈਪਸੀ ਬਾਰੇ, ਜਿਹਨੂੰ ਕਹਿੰਦੇ ਨੇ ਮਿਰਗੀ ਦਾ ਦੌਰਾ, ਤੇ ਉਹਦੇ ਬਾਰੇ ਦੱਸੋ ਡਾਕਟਰ ਸਾਹਿਬ ਸਾਨੂੰ ਕੁਝ। ਐਪੀਲੈਪਸੀ ਯਾਨੀ ਮਿਰਗੀ,
ਹਾਂਜੀ। ਮਿਰਗੀ ਇੱਦਾਂ ਦੀ ਬਿਮਾਰੀ ਹੈ ਜਿਹੜੀ ਕਿ ਸਾਰੀ ਦੁਨੀਆ 'ਚ ਦੇਖਣ ਨੂੰ ਮਿਲਦੀ ਹੈ। ਹਰ 1000 ਬੰਦੇ ਵਿੱਚ 4 ਲੋਕਾਂ ਨੂੰ ਮਿਰਗੀ ਦਾ ਰੋਗ ਹੈ। ਅੱਛਾ ਜੀ। ਇਹ ਇੱਦਾਂ ਦੀ ਬਿਮਾਰੀ ਹੈ ਜਿਹੜੀ ਹਰ ਸੋਸਾਇਟੀ 'ਚ ਮਿਲਦੀ ਹੈ। ਇੰਡੀਆ 'ਚ ਮਿਰਗੀ ਦੇ ਇੰਸੀਡੈਂਸ ਜ਼ਿਆਦਾ ਹੈ ਕਿਉਂਕਿ ਇੰਡੀਆ 'ਚ ਬ੍ਰੇਨ ਦੇ ਇਨਫੈਕਸ਼ਨ ਦੇ ਚਾਂਸਸ ਜ਼ਿਆਦਾ ਹੈ। ਇਸ ਕਰਕੇ ਇੰਡੀਆ 'ਚ ਮਿਰਗੀ ਦੇ ਫ੍ਰੀਕੁਐਂਸੀ ਜਾਂ ਇੰਸੀਡੈਂਸ ਥੋੜ੍ਹਾ ਜ਼ਿਆਦਾ ਹੈਗਾ। ਅੱਛਾ ਜੀ। ਮਿਰਗੀ ਇੱਦਾਂ ਦੀ ਬਿਮਾਰੀ ਹੈ, ਦੇਖਣ 'ਚ ਇਟ ਇਜ਼ ਵੈਰੀ ਟੈਰੀਬਲ। ਮੀਨ ਜਦੋਂ ਕਿਸੇ ਨੂੰ ਮਿਰਗੀ ਦਾ ਦੌਰਾ ਪੈਂਦਾ, ਹੱਥ ਪੈਰ ਮੁੜ ਜਾਂਦੇ ਆ, ਅੱਖਾਂ ਪਰ ਚੜ੍ਹ ਜਾਂਦੀਆਂ, ਝਟਕੇ ਵੱਜਦੇ ਆ, ਮੂੰਹ 'ਚ ਝੱਗ ਨਿਕਲਣੀਆਂ, ਜੀਭ ਦੰਦਾਂ 'ਚ ਆ ਕੇ ਕੱਟੀ ਜਾਂਦੀ ਹੈ, ਮੂੰਹ 'ਚੋਂ ਖੂਨ ਨਿਕਲਦਾ। ਇਟ ਇਜ਼ ਵੈਰੀ ਟੈਰੀਬਲ ਟੂ ਸੀ, ਬਟ ਮਾਈਂਡ ਇਟ, ਡੋਂਟ ਗੈਟ ਅਫਰੇਡ ਆਫ ਦੈਟ ਪੇਸ਼ੈਂਟ ਦੇ ਕੋਲ ਜਾ ਕੇ ਉਹਦੇ ਹੈਲਪਫੁਲ ਹੋ। ਆਈ ਟੈਲ ਯੂ ਦਾ ਵੇਜ਼ ਕਿ ਤੁਸੀਂ ਕਿਵੇਂ ਹੈਲਪਫੁਲ ਹੋ ਸਕਦੇ ਹੋ। ਉਹਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਜਾਂ ਕਿਸੇ ਨੂੰ ਮੇਜਰ ਇੰਜਰੀ ਹੋਣ ਤੋਂ ਬਚਾਅ ਹੋ ਸਕਦਾ ਹੈ। ਹਾਂਜੀ, ਤੁਸੀਂ ਮੈਨੂੰ ਉਹਦੇ ਸਾਇੰਸ ਦਾ ਦੱਸਿਆ ਕਿ ਇਦਾਂ ਕੁਝ ਹੁੰਦਾ ਆ, ਤੇ ਇਹਦੇ ਸਿੰਪਟਮਸ ਮਤਲਬ ਸੇਮ ਹੀ ਹੋਏ ਕਿ ਜਿੱਦਾਂ ਇਦਾਂ ਕੁਝ ਹੋਇਆ ਤਾਂ ਉਦੋਂ ਮਿਰਗੀ ਦਾ ਦੌਰਾ ਪਿਆ, ਤੇ ਪ੍ਰੀਕਾਸ਼ਨਸ ਉਹ ਤੋਂ ਬਚਾਅ ਬਾਰੇ ਕੁਝ? ਮਿਰਗੀ ਦਾ ਐਕਚੁਅਲੀ ਜੋ ਮੈਂ ਤੁਹਾਨੂੰ ਸਾਇੰਸ ਦੱਸਿਆ, ਇੱਕ ਕਾਮਨੈਸਟ ਵੈਰਾਈਟੀ ਹੈ ਮਿਰਗੀ ਦੀ, ਜਿਹਨੂੰ ਕਹੀਦਾ ਸੀ ਜਨਰਲਾਈਜ਼ਡ ਟੋਨਿਕ ਕਲੋਨਿਕ ਸੀਜ਼ਰ। ਮਿਰਗੀ ਦੀਆਂ 40-45 ਵੈਰਾਈਟੀਜ਼ ਹੈ। ਅੱਛਾ ਜੀ। ਇਹ ਕਾਮਨੈਸਟ ਵੈਰਾਈਟੀ ਹੈ ਜੋ ਕਿ ਸਾਨੂੰ ਆਮ ਤੌਰ 'ਤੇ ਦੇਖਣ ਨੂੰ ਮਿਲਦੀ ਹੈ। ਕੁਝ ਮਿਰਗੀ ਦੇ ਰੋਗ ਇੱਦਾਂ ਦੇ ਸਾਨੂੰ ਆਮ ਬੰਦੇ ਨੂੰ ਪਤਾ ਵੀ ਨਹੀਂ ਚੱਲਦਾ ਕਿ ਮਿਰਗੀ ਹੈ। ਅੱਛਾ ਜੀ। ਪੇਸ਼ੈਂਟ ਕਮਸ ਵਿਦ ਡਿਫਰੈਂਟ ਕੰਪਲੇਂਟ ਬਟ ਇਟ ਟਰਨਸ ਆਊਟ ਟੂ ਬੀ ਐਪੀਲੈਪਸੀ, ਮਿਰਗੀ ਨਿਕਲਦੀ ਹੈ। ਅੱਛਾ ਜੀ। ਮਿਰਗੀ ਦਾ ਕੋਈ ਪ੍ਰੀਵੈਂਸ਼ਨ ਦਾ ਤਾਂ ਇਹੀ ਹੈ ਕਿ ਜੋ ਜਿਵੇਂ ਪੇਸ਼ੈਂਟ ਨੂੰ ਕਿਸੇ ਨੂੰ ਸਟ੍ਰੋਕ ਹੋਇਆ, ਜਿਵੇਂ ਅਧਰੰਗ ਦਾ ਅਟੈਕ ਹੈ, ਹਾਂਜੀ। ਅਧਰੰਗ ਦੇ ਅਟੈਕ ਤੋਂ ਬਾਅਦ ਕੁਝ ਪਰਸੈਂਟ ਲੋਕਾਂ ਨੂੰ ਮਿਰਗੀ ਦਾ ਦੌਰਾ ਬਾਅਦ 'ਚ ਪੈਣਾ ਸ਼ੁਰੂ ਹੋ ਜਾਂਦਾ। ਕਈ ਨੂੰ ਸਿਰ ਦੀ ਸੱਟ ਲੱਗੀ, ਸੱਟ ਤੋਂ ਬਾਅਦ ਕਈ ਵੀ ਬਾਅਦ 'ਚ ਮਿਰਗੀ ਦਾ ਦੌਰਾ ਪੈਣਾ ਸ਼ੁਰੂ ਹੋ ਜਾਂਦਾ। ਅੱਛਾ ਜੀ। ਕਈ ਨੂੰ ਬ੍ਰੇਨ ਇਨਫੈਕਸ਼ਨ ਹੋਇਆ, ਬ੍ਰੇਨ ਦੀ ਟੀਬੀ ਹੋ ਗਈ ਜਾਂ ਬ੍ਰੇਨ 'ਚ ਮੈਨੇਜਾਈਟਿਸ ਹੋ ਗਈ ਜਾਂ ਐਨਕੈਫਲਾਈਟਿਸ ਹੋ ਗਈ, ਬ੍ਰੇਨ ਤੇ ਫੀਵਰ ਹੋ ਗਈ, ਉਸ ਤੋਂ ਬਾਅਦ ਮਿਰਗੀ ਦੇ ਦੌਰੇ ਦੇ ਚਾਂਸਸ ਵੱਧ ਜਾਂਦੇ ਆ। ਕਈ ਵਾਰੀ ਮਿਰਗੀ ਦੇ ਦੌਰੇ ਜੈਨੇਟਿਕ ਹੁੰਦੇ ਆ। ਕੁਝ ਮਿਰਗੀ ਇੱਦਾਂ ਦੀਆਂ ਜਿਹੜੀ ਜੈਨੇਟਿਕ ਹੁੰਦੀਆਂ, ਜਿਹੜੀ ਸਾਨੂੰ ਨਾਨਕੇ ਦਾਦਕੇ ਤੋਂ ਆਉਂਦੀਆਂ, ਸਾਡੇ ਪੇਰੈਂਟਸ ਦੀਆਂ ਜਾਂ ਸਾਡੇ ਭੈਣਾਂ ਭਰਾਵਾਂ 'ਚ ਹੁੰਦੀਆਂ ਜਾਂ ਨਾਨਕੇ ਦਾਦਕਿਆਂ 'ਚ ਹਿਸਟਰੀ ਹੁੰਦੀ। ਇਹਨਾਂ ਦਾ ਅਸੀਂ ਰੀਅਲੀ ਪ੍ਰੀਵੈਂਸ਼ਨ ਅਸੀਂ ਕਹੀਏ ਤਾਂ ਪ੍ਰੀਵੈਂਸ਼ਨ ਹੀ ਹੈ। ਜੇ ਅਸੀਂ ਕਿਸੇ ਨੂੰ ਮਿਰਗੀ ਦਾ ਦੌਰਾ ਪੈਂਦਾ, ਉਹਨੂੰ ਦਵਾਈ ਖਿਲਾਣੀ ਪੈਂਦੀ ਹੈ ਲੰਬੀ, ਇਹ ਪ੍ਰੀਵੈਂਸ਼ਨ ਹੀ ਹੈ ਤਾਂ ਕਿ ਦੁਬਾਰਾ ਅਟੈਕ ਨਾ ਆਵੇ। ਜਦੋਂ ਇੱਕਦਮ ਮਿਰਗੀ ਦਾ ਦੌਰਾ ਪੈਂਦਾ ਹੈ, ਉਦੋਂ ਅਸੀਂ ਸਭ ਤੋਂ ਪਹਿਲਾ ਸਟੈਪ ਕੀ ਕਰ ਸਕਦੇ ਹਾਂ ਕਿਸੇ ਨੂੰ ਬਚਾਉਣ? ਦਿਸ ਇਜ਼ ਵੈਰੀ ਇੰਪੋਰਟੈਂਟ। ਮੀਨ ਇਹ ਸਟੈਪਸ ਜਿਹੜੇ ਹੈ ਇਹ ਗਾਈਡਲਾਈਨਸ ਹੈ ਕਲੀਅਰ ਕੱਟ ਕਿ ਜਦੋਂ ਵੀ ਕਿਸੇ ਨੂੰ ਮਿਰਗੀ ਦਾ ਦੌਰਾ ਪੈਂਦਾ, ਮੀਨ ਜਨਰਲਾਈਜ਼ਡ ਕ੍ਰੋਨਿਕ ਕਲੋਨਿਕ ਸੀਜ਼ਰ ਹੁੰਦਾ, ਤਾਂ ਉਸੇ ਵੇਲੇ ਪੇਸ਼ੈਂਟ ਨੂੰ ਤੁਸੀਂ ਲਿਟਾ ਲੈਣਾ ਜ਼ਮੀਨ 'ਤੇ। ਸਿੱਧੇ ਨਹੀਂ ਲਿਟਾਣਾ, ਸਾਈਡ ਲਾ ਕੇ ਲਿਟਾਣਾ ਹੈ, ਸੱਜੇ ਖੱਬੇ ਜਿਸ ਪਾਸੇ ਮਰਜ਼ੀ। ਪੇਸ਼ੈਂਟ ਦੇ ਸਿਰ ਥੱਲੇ ਸਰਾਣਾ ਦੇ ਦੇਣਾ ਤਾਂ ਕਿ ਪੇਸ਼ੈਂਟ ਦਾ ਸਿਰ ਜ਼ਮੀਨ 'ਤੇ ਨਾ ਵੱਜੇ। ਅੱਛਾ ਜੀ। ਪੇਸ਼ੈਂਟ ਦੇ ਮੂੰਹ ਦੇ ਵਿੱਚ ਕੋਈ ਵੀ ਚਮਚਾ ਅੰਗੂਠਾ ਨਹੀਂ ਪਾਣਾ। ਪੇਸ਼ੈਂਟ ਨੂੰ ਪਾਣੀ ਨਹੀਂ ਪਿਲਾਣਾ। ਅੱਛਾ ਜੀ। ਜੇ ਉਸ ਲਈ ਅਸੀਂ ਪੇਸ਼ੈਂਟ ਦੇ ਮੂੰਹ 'ਚ ਪਾਣੀ ਪਾਵਾਂਗੇ ਤਾਂ ਉਹ ਉਹਦੀ ਸਾਹ ਨਹੀਂ ਲਈ ਜਾ ਸਕਦਾ, ਇੱਕਦਮ ਸਾਹ ਰੁਕ ਸਕਦਾ, ਜਾਨ ਜਾ ਸਕਦੀ। ਪੇਸ਼ੈਂਟ ਨੂੰ ਜਦ ਤੱਕ ਹੋਸ਼ ਨਹੀਂ ਆਉਂਦਾ ਕੁਝ ਵੀ ਖਾਣ ਪੀਣ ਵਾਸਤੇ ਨਹੀਂ ਦੇਣਾ। ਪੇਸ਼ੈਂਟ ਨੂੰ ਕੰਫਰਟੇਬਲ ਰੱਖਣਾ ਹੈ ਤਾਂ ਕਿ ਉਹਨੂੰ ਸਾਹ ਸਹੀ ਤਰ੍ਹਾਂ ਆਵੇ। ਉਹਦੀ ਮੂੰਹ 'ਚ ਥੁੱਕ ਨਿਕਲਦੀ ਹੈ ਜਾਂ ਬਲੱਡ ਨਿਕਲਦਾ ਹੈ, ਉਹ ਸਾਫ਼ ਕਰ ਦੇਣਾ। ਕਈ ਵਾਰੀ ਦੌਰਾ ਜਦੋਂ ਰੁਕਦਾ ਹੈ ਤਾਂ ਪੇਸ਼ੈਂਟ ਉਲਟੀ ਕਰ ਦਿੰਦੇ। ਅੱਛਾ ਜੀ। ਪੇਸ਼ੈਂਟ ਨੂੰ ਸਾਈਡ ਤੇ ਲਾ ਕੇ ਰੱਖਣੀ ਜਦ ਤੱਕ ਉਹਨੂੰ ਹੋਸ਼ ਪੂਰੀ ਤਰ੍ਹਾਂ ਨਹੀਂ ਆਉਂਦੀ, ਸਿੱਧੇ ਨਹੀਂ ਕਰਨਾ। ਦੂਸਰੀ ਗੱਲ, ਮਿਰਗੀ ਦਾ ਦੌਰਾ ਸਿੰਗਲ ਦੌਰਾ ਜਦੋਂ ਹੁੰਦਾ ਹੈ ਤਾਂ ਉਹ ਆਮ ਤੌਰ ਤੇ ਅੱਧੇ ਮਿੰਟ ਤੋਂ ਲੈ ਕੇ 1.5 ਮਿੰਟ ਵਾਸਤੇ ਰਹਿੰਦਾ ਹੈ। ਉਸ ਤੋਂ ਬਾਅਦ ਉਹਨੇ ਆਪਣੇ ਆਪ ਹਟ ਜਾਣਾ। ਪੇਸ਼ੈਂਟ ਨੂੰ ਜੁੱਤੀ ਨਹੀਂ ਸੁੰਘਾਣੀ, ਪਿਆਜ਼ ਨਹੀਂ ਸੁੰਘਾਣਾ, ਨੱਕ ਨਹੀਂ ਘੁੱਟਣਾ। ਮੀਨ ਆਹ ਚੀਜ਼ਾਂ ਬੜੀਆਂ ਕਾਮਨ ਨੇ ਪਿੰਡਾਂ ਦੇ ਵਿੱਚ ਜੋ ਕਿ ਲੋਕੀ ਕਰਦੇ ਆ। ਅੱਛਾ ਜੀ। ਐਂਡ ਇਹ ਨਹੀਂ ਕਰਨੀਆਂ, ਇਹਨਾਂ ਦਾ ਕੋਈ ਯੂਜ਼ ਨਹੀਂ ਹੈ, ਰਾਦਾ ਨੁਕਸਾਨ ਹੈ। ਇਹਨਾਂ ਚੀਜ਼ਾਂ ਦੀ ਇਸ ਤੋਂ ਬਾਅਦ ਜਦੋਂ ਮੰਨ ਲਓ ਇੱਕ ਪੇਸ਼ੈਂਟ ਨੂੰ ਇੱਕ ਦੌਰਾ ਪੈਂਦਾ ਮਿਰਗੀ ਦਾ, ਤਾਂ ਇਟ ਕੈਨ ਬੀ ਮੈਨੇਜਡ ਐਟ ਹੋਮ ਆਲਸੋ। ਯੂ ਕੈਨ ਗੋ ਟੂ ਡਾਕਟਰ ਲੇਟਰ ਔਨ, ਡਾਕਟਰ ਕੋਲ ਬਾਅਦ 'ਚ ਜਾ ਸਕਦੇ ਹੋ, ਉਸ ਲਈ ਦਿਖਾਣਾ। ਲੇਕਿਨ ਜਦੋਂ ਇੱਕ ਤੋਂ ਵੱਧ ਦੌਰੇ ਇਕੱਠੇ ਪੈਂਦੇ ਹੈ, 5-5 ਮਿੰਟ ਦੇ ਇੰਟਰਵਲ ਤੇ 2-2 ਮਿੰਟ ਦੇ ਇੰਟਰਵਲ ਤੇ ਇਕੱਠੇ ਦੌਰੇ ਪੈਂਦੇ, ਵੀ ਕਾਲ ਇਟ ਸਟੇਟਸ ਐਪੀਲੈਪਟਿਕਸ। ਇਟ ਕੈਨ ਬੀ ਲਾਈਫ ਥ੍ਰੈਟਨਿੰਗ ਆਲਸੋ। ਇਹ ਜਾਨ ਨੂੰ ਖਤਰਾ ਪੈਦਾ ਕਰ ਸਕਦਾ। ਪੇਸ਼ੈਂਟ ਨੂੰ ਇਮੀਡੀਏਟਲੀ ਆਪਣੇ ਨਿਊਰੋਲੋਜਿਸਟ ਕੋਲ ਲੈ ਕੇ ਜਾਣਾ, ਉਸੇ ਵੇਲੇ ਲੈ ਕੇ ਜਾਣਾ ਹੈ। ਡੋਂਟ ਡਿਲੇ ਬਿਕੋਜ਼ ਇਟ ਕੈਨ ਕਾਜ਼ ਹਾਰਮ। ਪੇਸ਼ੈਂਟ ਦਾ ਜਦੋਂ ਦੌਰਾ ਪੈਂਦਾ ਉਸ ਵੇਲੇ ਪੇਸ਼ੈਂਟ ਦਾ ਸਾਹ ਰੁਕ ਜਾਂਦਾ ਥੋੜੀ ਦੇਰ ਵਾਸਤੇ, ਬੁੱਲ ਨੀਲੇ ਪੈ ਜਾਂਦੇ ਆ। ਜੇਕਰ ਪੇਸ਼ੈਂਟ ਨੂੰ ਲਗਾਤਾਰ ਦੌਰੇ ਪੈਣਗੇ ਤਾਂ ਕਾਫੀ ਦੇਰ ਵਾਸਤੇ ਸਾਹ ਰੁਕਿਆ ਰਹੇਗਾ ਤੇ ਉਹਦੇ ਬ੍ਰੇਨ ਨੂੰ ਡੈਮੇਜ ਹੋ ਸਕਦਾ। ਅੱਛਾ ਜੀ। ਮਿਰਗੀ ਦਾ ਦੌਰਾ ਜਦੋਂ ਪੈਂਦਾ ਹੈ, ਇਹ ਜ਼ਰੂਰੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ 5-5 ਮਿੰਟ ਬਾਅਦ ਵੀ ਪਵੇ। ਹੋ ਸਕਦਾ ਹੈ ਕਿ ਉਹਨੂੰ ਇੱਕੋ ਹੀ ਦੌਰਾ ਪੈ ਕੇ ਹਟ ਜੇ, ਉਸ ਤੋਂ ਬਾਅਦ ਉਹ ਡਾਕਟਰ ਨੂੰ ਕੰਸਲਟ ਕਰ ਸਕਦੇ ਆ। ਤੇ ਜਦੋਂ ਇੱਕ ਦੌਰਾ ਪਿਆ ਉਸ ਤੋਂ ਬਾਅਦ ਉਹਨੂੰ ਕੰਸਲਟ ਕੀਤਾ, ਤੁਸੀਂ ਉਹ ਤੋਂ ਡਾਇਗਨੋਸ ਕੀ ਕਰਵਾਓਗੇ? ਟੈਸਟ ਕੀ ਹੁੰਦੇ ਨੇ ਉਹ ਦੱਸੋ। ਸਭ ਤੋਂ ਪਹਿਲਾਂ ਤਾਂ ਸਸਪੀਸ਼ੀਅਸ ਹੋਣਾ ਪੈਂਦਾ ਕਿ ਮਿਰਗੀ ਹੋਏ। ਅੱਛਾ। ਇਫ ਇਟ ਲੁਕਸ ਲਾਈਕ ਐਪੀਲੈਪਸੀ, ਮਿਰਗੀ ਲੱਗ ਰਹੀ ਹੈ, ਤਾਂ ਪੇਸ਼ੈਂਟ ਦੇ ਬ੍ਰੇਨ ਦੇ ਕੁਝ ਸਕੈਨਸ, EEGs ਵਗੈਰਾ ਹੁੰਦੀਆਂ ਜਿਸ ਨਾਲ ਪੇਸ਼ੈਂਟ ਦੀ ਡਾਇਗਨੋਸਿਸ ਨੂੰ ਅਸੀਂ ਕਨਫਰਮ ਕਰਦੇ ਹਾਂ ਜਾਂ ਕਾਰਨ ਕੀ ਹੈ ਮਿਰਗੀ ਦਾ ਅਸੀਂ ਉਹ ਦੇਖਦੇ ਹਾਂ। ਇਸ ਤੋਂ ਬਾਅਦ ਅਸੀਂ ਪੇਸ਼ੈਂਟ ਨੂੰ ਮੈਡੀਸਿਨ ਸ਼ੁਰੂ ਕਰਦੇ ਹਾਂ। ਪੇਸ਼ੈਂਟ ਨੂੰ ਸਟ੍ਰਿਕਟਲੀ ਐਡਵਾਈਸ ਕਰਦੇ ਹਾਂ ਕਿ ਸ਼ਰਾਬ ਤੋਂ ਦੂਰ ਰਹਿਣਾ, ਰਾਤੀ ਬਿਲਕੁਲ ਨਹੀਂ ਜਾਗਣਾ, ਨਾਈਟ ਸਲੀਪ ਬਹੁਤ ਜ਼ਰੂਰੀ ਹੈ।
ਡਰੱਗਸ ਨਹੀਂ ਲੈਣੀਆਂ, ਕੋਈ ਵੀ ਐਡਿਕਸ਼ਨ ਨਸ਼ੇ ਵਾਲੀ ਦਵਾਈਆਂ ਨਹੀਂ ਲੈਣੀਆਂ, ਡਰਾਈਵਿੰਗ ਨਹੀਂ ਕਰਨੀ, ਡੋਂਟ ਡਰਾਈਵ। ਜੇ ਡਰਾਈਵਿੰਗ ਕਰੋਗੇ, ਡਰਾਈਵਿੰਗ ਦੇ ਦੌਰਾਨ ਮੰਨ ਲਓ ਜੇ ਫਿੱਟ ਪੈ ਜਾਂਦਾ, ਇਟ ਕੈਨ ਬੀ ਲਾਈਫ ਥ੍ਰੈਟਨਿੰਗ, ਆਪਣੀ ਜਾਨ, ਅਗਲੇ ਦੀ ਜਾਨ, ਸਵਾਰੀਆਂ ਨਾਲ ਬੈਠੇ ਸਾਰਿਆਂ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ। ਡੋਂਟ ਸਵਿਮ, ਸਵਿਮਿੰਗ ਨਹੀਂ ਕਰਨੀ, ਬਿਕੋਜ਼ ਜੇ ਤੁਸੀਂ ਸਵਿਮਿੰਗ ਕਰਦੇ ਕਰਦੇ ਦੌਰਾ ਪੈ ਜਾਂਦਾ ਤਾਂ ਸਾਹ ਦੀ ਨਾਲੀ 'ਚ ਪਾਣੀ ਚਲਾ ਜਾਣਾ, ਇੱਕਦਮ ਜਾਨ ਜਾ ਸਕਦੀ ਹੈ ਉਹਦੇ ਨਾਲ। ਡੋਂਟ ਸਵਿਮ ਐਂਡ ਡਰਾਈਵਿੰਗ ਇਜ਼ ਵੈਰੀ ਇੰਪੋਰਟੈਂਟ। ਇਸ ਤੋਂ ਇਲਾਵਾ ਪੇਸ਼ੈਂਟ ਨੂੰ ਫਿਰ ਕੁਝ ਅੱਜ ਕੱਲ੍ਹ ਕਾਫੀ ਸਾਰੀਆਂ ਨਵੀਆਂ ਦਵਾਈਆਂ ਅਵੇਲੇਬਲ ਹੈ ਐਂਡ ਐਪੀਲੈਪਸੀ ਇਜ਼ ਵਨ ਆਫ ਦਾ ਡਿਜ਼ੀਜ਼ ਜਿਸ ਇਲਾਜ ਬਹੁਤ ਅੱਛਾ ਅਵੇਲੇਬਲ ਹੈ। 100 ਚੋਂ 80% ਮਰੀਜ਼ ਠੀਕ ਹੋ ਜਾਂਦੇ, ਉਹਨਾਂ ਦਾ ਦਵਾਈ ਦੇ ਨਾਲ ਬਹੁਤ ਅੱਛਾ ਕੰਟਰੋਲ ਆ ਜਾਂਦਾ ਹੈ, ਆਪਣੀ ਨਾਰਮਲ ਲਾਈਫ 'ਤੇ ਆ ਜਾਂਦੇ। ਅੱਛਾ ਜੀ। ਐਂਡ ਇਟ ਸ਼ੁੱਡ ਬੀ ਟ੍ਰੀਟਡ, ਭੂਤਾਂ ਪ੍ਰੇਤਾਂ ਦਾ ਵਹਿਮ ਨਹੀਂ ਕਰਨਾ। ਹਾਂਜੀ, ਸਭ ਤੋਂ ਜ਼ਿਆਦਾ ਭੂਤਾਂ ਪ੍ਰੇਤਾਂ ਦਾ ਵਹਿਮ ਕੀਤਾ ਜਾਂਦਾ ਹੈ ਕਿ ਕੁਝ ਇੱਦਾਂ ਹੋ ਗਿਆ ਤਾਂ। ਹਾਂਜੀ, ਦਰਸ਼ਕੋ ਇਹ ਜ਼ਰੂਰ ਯਾਦ ਰੱਖਿਓ ਕਿ ਕਦੇ ਵੀ ਭੂਤਾਂ ਦਾ ਵਹਿਮ ਨਹੀਂ ਕਰਨਾ। ਇਹ ਮਿਰਗੀ ਦਾ ਦੌਰਾ ਹੈ ਜਿਹਦਾ ਇਲਾਜ ਬਹੁਤ ਜ਼ਰੂਰੀ ਹੈ। ਅਤੇ ਗੱਲ ਕਰਦੇ ਹਾਂ ਜਦੋਂ ਮੈਡੀਕਲ ਟ੍ਰੀਟਮੈਂਟਸ ਤੁਸੀਂ ਦਿੰਦੇ ਹੋ, ਉਸ ਤੋਂ ਬਾਅਦ ਮਿਰਗੀ ਦਾ ਦੌਰਾ ਹੋਣ ਦਾ ਕੋਈ ਚਾਂਸਸ ਨਹੀਂ ਰਹਿੰਦੇ ਜਾਂ ਉਦੋਂ ਬਾਅਦ ਵੀ ਰਹਿ ਸਕਦੇ ਆ? ਜਦੋਂ ਅਸੀਂ ਦਵਾਈ ਦਿੰਦੇ ਹਾਂ ਪੇਸ਼ੈਂਟ ਨੂੰ, ਈਵਨ ਇਨ ਕੋਰਸ ਆਫ ਮੈਡੀਸਿਨ, ਪੇਸ਼ੈਂਟ ਨੂੰ ਥੋੜ੍ਹਾ ਬਹੁਤਾ ਰਿਸਕ ਫੇਰ ਵੀ ਹੁੰਦਾ, ਆਲਮੋਸਟ 15 ਤੋਂ 20% ਰਿਸਕ ਫੇਰ ਵੀ ਰਹਿੰਦਾ ਦੁਬਾਰਾ ਦੌਰਾ ਪੈਂਦਾ ਦਵਾਈ ਖਾਂਦੇ ਖਾਂਦੇ ਨੇ। ਜਦੋਂ ਸਿੰਗਲ ਦਵਾਈ ਨਾਲ ਕੰਟਰੋਲ ਨਹੀਂ ਆ ਰਿਹਾ, ਵੀ ਐਡ ਅਨਦਰ ਡਰਗ ਜਾਂ ਰਿਪਲੇਸ ਦਾ ਡਰਗ। ਫਸਟ ਆਫ ਆਲ ਪਹਿਲਾਂ ਕਲੀਅਰ ਹੋਵੇ ਕਿ ਵੀ ਐਪੀਲੈਪਸੀ ਹੈ। ਦੂਸਰੀ ਗੱਲ, ਕਿਸ ਤਰ੍ਹਾਂ ਦੀ ਐਪੀਲੈਪਸੀ ਹੈ। ਕਈ ਵੈਰਾਈਟੀਜ਼ ਐਪੀਲੈਪਸੀ ਇੱਦਾਂ ਦੀ ਹੈਗੀਆਂ ਜਿਹਦੇ ਵਿੱਚ ਕੁਝ ਖਾਸ ਤਰ੍ਹਾਂ ਦੀ ਦਵਾਈਆਂ ਹੀ ਹੈ ਜਿਹੜੀ ਫਾਇਦਾ ਕਰਦੀਆਂ। ਜੇ ਅਸੀਂ ਪਰਟੀਕੂਲਰਲੀ ਹੋਈ ਦਵਾਈ ਦੇਵਾਂਗੇ ਤਾਂ ਹੀ ਇਫੈਕਟ ਆਏਗਾ। ਦਵਾਈ ਦੀ ਡੋਜ਼ ਜਿਹੜੀ ਹੈ ਪ੍ਰੋਪਰ ਹੋਣੀ ਚਾਹੀਦੀ ਹੈ। ਪੇਸ਼ੈਂਟ ਨੂੰ ਕਈ ਵਾਰੀ ਪੇਸ਼ੈਂਟ ਸਾਡੇ ਕੋਲ ਆਉਂਦੇ ਆ, ਉਹਨੂੰ ਦੱਸਿਆ ਕਿ 3 ਗੋਲੀਆਂ ਖਾਣੀਆਂ, ਪੇਸ਼ੈਂਟ ਦੁਬਾਰਾ ਦੌਰੇ ਨਾਲ ਆ ਗਿਆ, ਪੁੱਛਿਆ ਜੀ ਕਿਉਂ ਦੌਰਾ, ਕੀ ਗੱਲ ਹੋ ਗਈ, ਦਵਾਈ, ਉਹ ਕਹਿੰਦਾ ਜੀ ਅਸੀਂ ਤਾਂ 1 ਗੋਲੀ ਖਾ ਰਹੇ ਸੀ, ਸਾਨੂੰ ਲੱਗਿਆ ਦਵਾਈ ਬੜੀ ਤੇਜ਼ ਸੀ, ਬਟ ਇਸੇ ਹੀ ਕਾਰਨ ਹੈ, ਮੇਨ ਕਾਰਨ ਇਹੀ ਹੈ ਕਿ ਪੇਸ਼ੈਂਟ ਨੂੰ ਦੁਬਾਰਾ ਦੌਰਾ ਪੈਂਦਾ। ਪੇਸ਼ੈਂਟ ਦਵਾਈ ਛੱਡ ਦਿੰਦੇ ਆ, ਇਹ ਕਿ ਸੋਚ ਕੇ ਕਿ ਦਵਾਈ ਤੇਜ਼ ਹੈ, ਦਵਾਈ ਦਾ ਲੰਬੀ ਨਹੀਂ ਖਾਣੀ, ਛੱਡ ਕੇ ਦੇਖ ਲਈਏ ਠੀਕ ਹੋਇਆ ਕਿ ਨਹੀਂ ਹੋਇਆ, ਬਟ ਛੱਡਣ ਦੇ ਨਾਲ ਦੌਰਾ ਚਾਂਸ ਬਹੁਤ ਵੱਧ ਜਾਂਦੇ ਆ। ਟੇਕ ਮੈਡੀਸਿਨ ਰੈਗੂਲਰਲੀ। ਇਹ ਲਾਈਫ ਲੌਂਗ ਮੈਡੀਸਿਨਸ ਲੈਣੀਆਂ ਪੈਂਦੀਆਂ ਨੇ? ਨੋ, ਨਾਟ ਲਾਈਫ ਲੌਂਗ। ਕੁਝ ਐਪੀਲੈਪਸੀ ਇੱਦਾਂ ਦੀ ਹੈਗੀਆਂ ਜਿਨ੍ਹਾਂ ਦੇ ਵਿੱਚ ਲੰਬੀਆਂ ਦਵਾਈਆਂ ਚੱਲਦੀਆਂ, ਮੇ ਨਾਟ ਬੀ ਲਾਈਫ ਲੌਂਗ ਬਟ ਲੰਬੀਆਂ ਫॉर ਮੈਨੀ ਈਅਰਸ। ਕੁਝ ਐਪੀਲੈਪਸੀ ਇੱਦਾਂ ਦੀਆਂ ਜਿਸ ਸਾਲ 2 ਸਾਲ ਦਵਾਈ ਖਿਲਾ ਕੇ ਅਸੀਂ ਬੰਦ ਵੀ ਕਰਾ ਸਕਦੇ ਹਾਂ, ਲੇਕਿਨ ਇਟ ਆਲ ਡਿਪੈਂਡਸ ਔਨ ਟ੍ਰੀਟਿੰਗ ਡਾਕਟਰ ਜਿਹੜੇ ਹੈਗੇ ਟ੍ਰੀਟ ਕਰ ਰਹੇ ਆ, ਉਹਨਾਂ ਨੇ ਹੀ ਦੇਖਣਾ ਹੈ ਕਿੰਨੀ ਦੇਰ ਦਵਾਈ ਚਲਾਉਣੀ ਹੈ। ਲੇਕਿਨ ਅੱਜ ਕੱਲ੍ਹ ਜਿਵੇਂ ਕੋਈ ਕ੍ਰਾਈਟੀਰੀਆ 3 ਸਾਲ ਦੀ ਦਵਾਈ ਖਿਲਾਈ ਬੰਦ ਕਰਤੀ, ਇੱਦਾਂ ਦੇ ਕੋਈ ਕ੍ਰਾਈਟੀਰੀਆ, ਸਟ੍ਰਿਕਟ ਕ੍ਰਾਈਟੀਰੀਆ ਤਾਂ ਨਹੀਂ ਹੈਗੇ। ਪੇਸ਼ੈਂਟ ਦੀ ਐਪੀਲੈਪਸੀ ਕਿਸ ਤਰ੍ਹਾਂ ਦੀ ਹੈ ਉਹ 'ਤੇ ਡਿਪੈਂਡ ਕਰਦਾ ਪੇਸ਼ੈਂਟ ਨੂੰ ਕਿੰਨੀ ਦੇਰ ਦਵਾਈ ਚੱਲਣੀ ਹੈ। ਠੀਕ ਹੈ। ਜਦੋਂ ਦੌਰਾ ਪੈਂਦਾ ਹੈ ਤਾਂ ਤੁਸੀਂ ਕਿਹਾ ਨਾ ਕਿ ਹੱਥ ਪੈਰ ਮੁੜ ਜਾਂਦੇ ਨੇ, ਉਹ ਆਪਣੇ ਆਪ ਠੀਕ ਹੋ ਜਾਂਦੇ ਨੇ ਜਾਂ ਉਸ ਤੋਂ ਬਾਅਦ ਕੋਈ ਸਰਜਰੀ ਹੈ ਕੁਝ? ਨੋ, ਹੱਥ ਪੈਰ ਥੋੜੇ ਹੱਥ ਅਕੜ ਜਾਂਦੇ। ਹਾਂਜੀ। ਪੇਸ਼ੈਂਟ ਝਟਕੇ ਵੱਜਦੇ, ਹੱਥਾਂ ਨੂੰ ਝਟਕੇ ਵੱਜਦੇ, ਅੱਖਾਂ ਪਰ ਚੜ ਜਾਂਦੀਆਂ ਪੇਸ਼ੈਂਟ ਦੀਆਂ, ਉੱਪਰ ਲੱਗੀ ਰਹਿੰਦੀਆਂ, ਇੱਕ ਸਾਈਡ ਨੂੰ ਜਾਂ ਉੱਪਰ ਜਾਂ ਦੂਜੀ ਸਾਈਡ ਨੂੰ ਲੱਗੀ ਰਹਿੰਦੀਆਂ। ਹਾਂਜੀ। ਦੰਦ ਨੀਚੇ ਜਾਂਦੇ ਆ, ਕਲਿੰਚਿੰਗ ਆਫ ਟੀਥ ਹੋ ਜਾਂਦੀ ਹੈ। ਜਦੋਂ ਦੰਦ ਨੀਚੇ ਜਾਂਦੇ ਆ, ਕਈਆਂ ਦੇ ਦੰਦਾਂ 'ਚ ਜੀਭ ਆ ਜਾਂਦੀ ਹੈ, ਜੀਭ ਨਾਲ ਜੀਭ ਕੱਟੀ ਜਾਂਦੀ ਹੈ, ਜੋ ਖੂਨ ਨਿਕਲਦਾ। ਇਹ ਆਮ ਤੌਰ 'ਤੇ ਮੂੰਹ 'ਚੋਂ ਜਦੋਂ ਅਸੀਂ ਦੰਦ ਬਾਰ-ਬਾਰ ਵੱਜਦੇ ਹੈ, ਉਹਦੇ ਨਾਲ ਪੇਸ਼ੈਂਟ ਮੂੰਹ 'ਚ ਥੁੱਕ ਜ਼ਿਆਦਾ ਬਣਦੀ, ਥੁੱਕ ਝੱਗ ਵਰਗੀ ਥੁੱਕ ਨਿਕਲਦੀ ਹੈ, ਉਹਨੂੰ ਅਸੀਂ ਕਹਿੰਦੇ ਮੂੰਹ 'ਚ ਝੱਗ ਨਿਕਲੀ। ਐਕਚੁਅਲੀ ਇਹ ਥੁੱਕ ਹੈਗੀ ਹੈ ਜੋ ਕਿ ਝੱਗ ਵਰਗੀ ਹੋ ਜਾਂਦੀ ਹੈ। ਜਦੋਂ ਪੇਸ਼ੈਂਟ ਸਾਈਡ ਲੈ ਕੇ ਲੇਟਦਾ ਹੈ, ਦੰਦ ਬਾਰ-ਬਾਰ ਵੱਜਦੇ, ਥੁੱਕ ਜ਼ਿਆਦਾ ਬਣਦੀ ਹੈ, ਉਹ ਥੁੱਕ ਬਾਹਰ ਨਿਕਲਦੀ ਹੈ, ਉਹ ਆਮ ਲੋਕ ਕਹਿ ਦਿੰਦੇ ਝੱਗ ਨਿਕਲਦੀ ਮੂੰਹ 'ਚੋਂ। ਲੇਕਿਨ ਝੱਗ ਨਿਕਲਣਾ ਨਾ ਨਿਕਲਣਾ ਮਿਰਗੀ ਦੇ ਫੇਵਰ ਜਾਂ ਡਿਸਫੇਵਰ 'ਚ ਨਹੀਂ ਹੈ। ਪੇਸ਼ੈਂਟ ਨੂੰ ਜੋ ਸਿੰਪਟਮ ਦੱਸੇ ਹੈ ਇਹ ਆਮ ਤੌਰ 'ਤੇ ਜਨਰਲਾਈਜ਼ ਕ੍ਰੋਨਿਕ ਸੀਜ਼ਰ ਦੇ ਹੁੰਦੇ ਆ। ਹੱਥ ਪੈਰ ਅਕੜ ਜਾਂਦੇ, ਲੱਤਾਂ ਅਕੜ ਜਾਂਦੀਆਂ, ਅੱਖਾਂ ਪਜੜ ਜਾਂਦੀਆਂ, ਬੁੱਲ ਨੀਲੇ ਪੈ ਜਾਂਦੇ ਥੋੜੀ ਦੇਰ ਵਾਸਤੇ, ਕਲਿੰਚਿੰਗ ਆਫ ਟੀਥ ਹੋ ਜਾਂਦੀ ਹੈ, ਦੰਦ ਨੀਚੇ ਜਾਂਦੇ, ਦੰਦਾਂ ਦੀ ਜੀਭ ਆ ਜਾਂਦੀ, ਕੱਟੀ ਜਾਂਦੀ ਹੈ। ਇਹ ਜਿਹੜੀ ਸਾਡੀ ਇਹ ਮਾਸਪੇਸ਼ੀ ਹੈ ਜਿਹੜੀ ਸਾਡੀ ਕਲਿੰਚਿੰਗ ਆਫ ਟੀਥ ਕਰਦੀ ਹੈ, ਇਟ ਇਜ਼ ਸਟਰੋਂਗੈਸਟ ਮਸਲ ਆਫ ਬਾਡੀ। ਸਾਡੀ ਬਾਡੀ ਦੀ ਸਭ ਤੋਂ ਸਟਰੋਂਗ ਮਸਲ ਹੈ। ਵੀ ਕੈਨ ਨਾਟ ਅਨਡੂ ਇਟਸ ਐਕਸ਼ਨ। ਅਸੀਂ ਮੂੰਹ ਖੋਲ ਕੇ ਅੰਗੂਠਾ ਵਗੈਰਾ ਨਹੀਂ ਮਾਰ ਸਕਦੇ ਮੂੰਹ 'ਚ, ਜੇ ਕਰਾਂਗੇ ਜ਼ੋਰ ਲਾਵਾਂਗੇ ਜਬਾੜਾ ਟੁੱਟ ਸਕਦਾ, ਦੰਦ ਟੁੱਟ ਸਕਦਾ। ਇਸ ਕਰਕੇ ਜਦੋਂ ਇੱਕ ਵਾਰੀ ਕਲਿੰਚਿੰਗ ਹੋ ਗਈ ਟੀਥ ਦੀ, ਡੋਂਟ ਟਰਾਈ ਟੂ ਓਪਨ। ਮੂੰਹ 'ਚ ਕੁਝ ਨਹੀਂ ਪਾਣਾ, ਮੂੰਹ 'ਚ ਪਾਣੀ ਨਹੀਂ ਪਾਣਾ, ਇਹਨੇ ਅੱਧੇ ਮਿੰਟ 1.5 ਮਿੰਟ 'ਚ ਆਪਣੇ ਆਪ ਠੀਕ ਹੋ ਜਾਣਾ। ਠੀਕ ਹੈ। ਜਦੋਂ ਠੀਕ ਹੋਣਾ ਹੱਥ ਪੈਰ ਢਿੱਲੇ ਹੋ ਜਾਣੇ ਆ, ਮਰੀਜ਼ ਸੁਸਤ ਵੀ ਹੋ ਜਾਣਾ। ਠੀਕ ਹੈ। ਇਹ ਯੂਜੂਅਲ ਸਿਮਿਓਲੋਜੀ ਸੀਜ਼ਰ ਦੀ ਇਦਾਂ ਨਹੀਂ ਹੁੰਦੀ। ਤੇ ਇਹਦਾ ਟ੍ਰੀਟਮੈਂਟ ਮੈਡੀਸਿਨਸ ਫਸਟ ਲਾਈਨ। ਮੈਂ ਡਾਕਟਰ ਹਾਂਡਾ ਬਹੁਤ ਸ਼ੁਕਰਗੁਜ਼ਾਰ ਹਾਂ ਮੀਡੀਆ ਪੰਜਾਬ ਟੀਵੀ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਟੀਵੀ 'ਤੇ ਆਉਣ ਦਾ ਅਤੇ ਆਪਣੇ ਦੁਨੀਆ ਦੇ ਲੋਕਾਂ ਨੂੰ, ਹਿਊਮਨ ਬੀਇੰਗਸ ਨੂੰ ਦੱਸਣ ਦਾ ਕਿ ਤੁਸੀਂ ਬ੍ਰੇਨ ਦੀ ਬਿਮਾਰੀ ਨਾਲ ਕਿਵੇਂ ਬਚ ਸਕਦੇ ਹੋ। ਮੈਨੂੰ ਜੇ ਮੌਕਾ ਮਿਲਿਆ ਮੈਂ ਦੁਬਾਰਾ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਟਿਲ ਦੈਨ ਨਮਸਕਾਰ, ਸਤਿ ਸ਼੍ਰੀ ਅਕਾਲ।
ਤੇ ਅਸੀਂ ਗੱਲ ਕੀਤੀ ਐਪੀਲੈਪਸੀ ਬਾਰੇ, ਮਿਰਗੀ ਦੇ ਦੌਰੇ ਬਾਰੇ, ਤੇ ਉਸ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਜਿੱਦਾਂ ਡਾਕਟਰ ਸਾਹਿਬ ਨੇ ਸੁਝਾਅ ਦਿੱਤੇ ਆ ਤੇ ਮੈਂ ਤੁਹਾਨੂੰ ਕਹੂੰਗੀ ਕਿ ਤੁਸੀਂ ਜ਼ਰੂਰ ਉਹ ਸੁਝਾਅ ਨੂੰ ਮੰਨੋ ਅਤੇ ਆਪਣੇ ਲਾਣੇਦਾਰ ਨੂੰ ਵੀ ਨਾਲ ਦੱਸੋ ਕਿ ਇਹ ਗੱਲਾਂ ਜ਼ਰੂਰ ਮੰਨਣੀਆਂ ਚਾਹੀਦੀਆਂ ਹਨ। ਅਤੇ ਇਸੇ ਗੱਲ ਤੇ ਮੈਂ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਦੀ ਹਾਂ। ਮੈਨੂੰ ਦਿਓ ਇਜਾਜ਼ਤ। ਮੈਂ ਰਵਨੀਤ ਸੰਧੂ, ਸਤਿ ਸ਼੍ਰੀ ਅਕਾਲ।